उम्र सीगी। नहीं जी मैरिड नहीं हैगा, वो पढ़दा वा MA च पढ़दा सीगा ते हाँ जी। तो असीं लैके आए कल उहनूं सीगा उल्टियां लगियां होईयां सी, पेट च इन्फैक्शन सी ते उल्टियां सीगियां। ते असीं ना 10 वजे असीं सोचिया भी साडे घर दे कोल हैगा, असीं फोर्टिस हस्पताल लैके आ गए। तो 10:30 वजे जो असीं घंटे बाद ये कहंदे कि तुहाडा पेशेंट ठीक हैगा वा, तो 11:30 वजे कहंदे तुसीं दूसरे वार्ड च इहनूं कर देने आ। दूसरे वार्ड दे विच इन्हां ने हाँ जी शिफ्ट कर दिता 10:30 वजे, सॉरी 11:30 वजे। तो 11:30 वजे मुड़ के पूरी रात बिल्कुल सही रहा, कोई प्रॉब्लम नहीं है। और सवेरे 6 बजे डॉक्टर ने मैनू बुलाया तो कहते बुला के कि यदि एक किडनी फेल हो गई। मैं क्या रातों रात किद्दां एक किडनी फेल हो गई, कल तो बिल्कुल सही सीगा। कहते सानू नहीं पता, कहते तुहानू पता होगा, तुहाडा मुंडा नशे करता होगा। उस तो बाद की होया, हजे असीं पैसे जमा करा के ही आए हैं। 5 मिनट बाद इन्हां ने मेकर पाया जां नहीं पाया इन्हां नू पता। 5 मिनट बाद ये कहते तुहाडा मुंडा मर गया, इनू लै जाओ, सॉरी असीं कुछ नहीं कर सकते। हुण तुसीं दस पर गए आ ते फिर कहते पहला कहते पा देने पैसे जमा करो, बाद कहते जी मेकर तो असीं पा दिता। पहला कहते जी पैसे दे दो, मेकर पाता। बाद जो मैं क्या भी मैनू मिलाओ है, कहते सॉरी माता असीं इहनूं बचाउणा मिल नहीं दिता एक बार लापरवाही। इस तो ज्यादा लापरवाही की हो सकदी? ये दसो सानू कहंदा तुसीं सानू कल एक बारी मिलण दिता, इन्हां ने सानू जिद्दां कहंदे अज सुबह तो लैके मैनू क्यों नहीं अंदर जाओ। अंदर सारा कुछ बार एक्सप्लेन कर रहे सी ਤੇ ਉਹਨਾਂ ਦੀ ਰਜ਼ਾਮੰਦੀ ਨਾਲ ਹੀ ਅਸੀਂ ਜਿਹੜਾ ਵੀ ਪੋਸੀਬਲ ਹੈ ਉਹਦੇ 'ਚ ਇਲਾਜ ਦਾ ਅਸੀਂ ਡਾਇਲਿਸਿਸ ਵੀ ਕੀਤਾ ਹੈ ਨਾ, ਟੈਂਪਰੇਰੀ ਪੇਸ ਮੇਕਰ ਵੀ ਪਾ ਕੇ ਵੇਖਿਆ। ਸਾਰਾ ਕੁਝ ਜਿਹੜਾ ਪੋਸੀਬਲ ਸੀਗਾ ਪੇਸ਼ੈਂਟ ਨੂੰ ਬਚਾਉਣ ਵਾਸਤੇ, ਕਿਉਂਕਿ ਸਾਨੂੰ ਵੀ ਪਤਾ 22 ਸਾਲ ਦਾ ਯੰਗ ਪੇਸ਼ੈਂਟ ਹੈ, ਸਾਨੂੰ ਵੀ ਦੁੱਖ ਹੁੰਦਾ ਇੱਦਾਂ ਦਾ ਕੋਈ ਪੇਸ਼ੈਂਟ ਸਾਨੂੰ ਲੂਜ਼ ਹੋ ਜਾਏ ਤੇ ਬਟ ਉਹਨਾਂ ਨੇ ਸਾਨੂੰ ਰਜ਼ਾਮੰਦੀ ਦਿੱਤੀ। ਇਸ ਕਰਕੇ ਅਸੀਂ ਇਲਾਜ ਵੀ ਕਰਦੇ ਰਹੇ ਜਿਹੜਾ ਪੋਸੀਬਲ ਸੀਗਾ, ਬਟ ਅਸੀਂ ਐਕਸਪਲੇਨ ਵੀ ਕਰਦੇ ਰਹੇ ਕਿ ਇਹਦੇ ਦੀ ਕੰਡੀਸ਼ਨ ਹੈ ਕਿ ਪੇਸ਼ੈਂਟ ਨੇ ਰਿਵਾਈਵ ਨਹੀਂ ਹੋਣਾ। ਆਰੋਪ ਲਗਾ ਰਹੀ ਹੈ ਲਾਪਰਵਾਹੀ ਦੇ, ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਤੇ ਸਰਾਸਰ ਗਲਤ ਆਰੋਪ ਲੱਗ ਰਹੇ ਨੇ, ਕਿਉਂਕਿ ਫੈਮਿਲੀ ਨੂੰ ਪਤਾ ਹੀ ਸੀਗਾ ਕਿ ਪੇਸ਼ੈਂਟ ਸਿਕ ਹੈ ਤੇ ਅਸੀਂ ਐਕਸਪਲੇਨ ਵੀ ਉਹਨਾਂ ਨੂੰ ਬਾਰ-ਬਾਰ ਕੀਤਾ ਸੀ। ਤੇ ਜਿਹੜੇ ਹੁਣ ਆਰੋਪ ਲੱਗ ਰਹੇ ਨੇ ਉਹ ਤੇ ਬਿਲਕੁਲ ਹੀ ਗਲਤ ਨੇ, ਨਾਜਾਇਜ਼ ਨੇ। ਪਤਾ ਲੱਗਿਆ ਸੀਗਾ ਤੁਹਾਡੇ ਐਕਸ਼ਨ ਆਈ ਸੀ ਨਹੀਂ ਮੇਰਾ ਆਧਾਰ ਕਾਰਡ ਮੇਰਾ ਵੋਟਰ ਕਾਰਡ ਕਹਿੰਦੇ ਮੁੰਡੇ ਸਾਰੇ ਹੀ ਕਹਿੰਦੇ ਦਿਨ ਦੇ ਵਿੱਚ ਉਹ ਬਣਾ ਆ ਮੇਕਰ, ਕੋਈ ਮੇਕਰ ਹੁੰਦਾ ਪਹਿਲਾਂ ਕਹਿੰਦਾ ਕਿਡਨੀ ਕਹਿੰਦਾ ਕਿਡਨੀ ਆ ਵੇਲ ਇੱਕ ਉਲਟੀਆਂ ਕਿਡਨੀਆਂ ਲੱਗੀਆਂ ਝੂਠਾ ਇਲਜ਼ਾਮ ਲਗਾ ਕੇ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਜਦੋਂ ਸਾਰਾ ਜਦੋਂ ਹੋ ਗਏ ਬਾਅਦ ਚ ਕਹਿੰਦੇ ਮੇਕਰ ਪੈਣਾ ਇਹਦੇ ਵਿੱਚ, ਮੇਕਰ ਪੈਣਾ 2 ਲੱਖ ਰੁਪਇਆ ਲੈ ਕੇ ਨਾਲ ਹੀ ਉਹਨਾਂ ਨੇ ਬੱਚੇ ਦੇ ਲੋਕ ਕਿਡਨੀਆਂ ਫੇਲ ਹੋ ਗਈਆਂ, ਛੁੱਟੀਆਂ ਲੱਗਣ ਬੱਚਾ ਇੱਕ ਬੱਚਾ ਪੜ੍ਹਦਾ। ਇਹਦੇ ਵਿੱਚ ਕੀ ਆਇਆ ਸੀਗਾ? ਇਹਨਾਂ 'ਚ ਸਿਰਫ ਇਨਫੈਕਸ਼ਨ ਆਈ ਹੈ ਜੀ, ਇਹ 'ਚ ਕੁਝ ਨਹੀਂ ਆਇਆ ਹੈਗਾ। ਇਹਨਾਂ ਦੇ ਵਿੱਚ ਪੇਟ ਇਨਫੈਕਸ਼ਨ ਹੀ ਗੱਲੀ ਆਈ ਹੋਈ ਹੈ ਜੀ। ਚਲੋ ਬਾਬਾ ਜੀ ਤੋਂ ਬਾਅਦ ਰਿਪੋਰਟਾਂ ਦੀਆਂ ਖੋਲ ਕੇ ਆਹ ਰਿਪੋਰਟਾਂ ਸਾਰੀਆਂ ਤੁਸੀਂ ਇਹ ਸੋਚੋ ਨਾਰਮਲ ਹੈ, ਇਹ ਸਾਰੀਆਂ ਨਾਰਮਲ ਆ। ਨਾਰਮਲ ਰਿਪੋਰਟਾਂ ਆਉਣ ਦੇ ਬਾਵਜੂਦ ਇਕੱਲੀ ਇਨਫੈਕਸ਼ਨ ਆਉਣ ਤੇ ਕਿੱਦਾਂ ਇਹ ਕਿਹੜੇ ਹਸਪੀਟਲ ਟੈਸਟ ਕਰਾਏ ਸੀਗੇ? ਇੱਕ 8 ਘੰਟੇ ਤੋਂ ਬਾਅਦ ਕਹਿੰਦਾ ਬਈ ਮੇਕਰ ਪੈਣਾ ਇਹਦੇ 2 ਲੱਖ ਰੁਪਏ। ਨਾਰਮਲੀ ਆਈ ਸੀਗੀ, ਥੋੜੀ ਜਿਹੀ ਇਨਫੈਕਸ਼ਨ ਆਈ ਨੂੰ ਬੁਲਾ ਲਈਏ ਫਿਰ ਤੁਸੀਂ। ਇਹ ਕਹਿੰਦੇ ਸੀਗੇ ਪੇਟ 'ਚ ਇਨਫੈਕਸ਼ਨ ਹੈਗੀ ਇਹਦੇ, ਤੇ ਇਸ ਲਈ ਅਸੀਂ ਇੱਥੇ ਲੈ ਕੇ ਆਏ ਸੀਗੇ ਕੱਲ ਰਾਤੀ 10:30 ਵਜੇ। ਅਸੀਂ ਕਿਹੜੇ ਹਸਪੀਟਲ ਲੈ ਕੇ ਆਏ ਸੀ? ਅਗਰਵਾਲ ਤੋਂ। ਇੱਥੇ ਕਿਹੜੇ ਇੱਥੇ ਫੋਰਟਿਸ ਹਸਪਤਾਲ ਲੈ ਕੇ ਆਏ। ਮੇਰਾ ਨਾਮ ਮੋਨਿਕਾ ਵਾ, ਮੈਂ ਇੱਥੇ ਫੋਰਟਿਸ ਹਸਪਤਾਲ ਦੇ ਕੋਲ ਹੀ ਸਾਡਾ ਘਰ ਆ। ਮੁੰਡਿਆਂ ਦੇ ਰਹਿਣ ਵਾਲੇ ਅਸੀਂ, ਤੇ ਸਾਡੇ ਕੋਲ ਫੋਰਟਿਸ ਹਸਪਤਾਲ ਪੈਂਦਾ ਵਾ। ਤੇ ਕੱਲ ਮੇਰਾ ਬ੍ਰਦਰ ਜਿਹਦਾ ਨਾਮ ਦੀਪਕ ਆ, ਅਸੀਂ ਉਹਨੂੰ ਲੈ ਕੇ ਆਏ ਇੱਥੇ। ਉਹਦੀ 22 ਸਾਲ ਉਮਰ ਸੀਗੀ। ਨਹੀਂ ਜੀ ਮੈਰਿਡ ਨਹੀਂ ਹੈਗਾ, ਉਹ ਪੜ੍ਹਦਾ ਵਾ MA 'ਚ ਪੜ੍ਹਦਾ ਸੀਗਾ ਤੇ ਹਾਂਜੀ। ਤੇ ਅਸੀਂ ਲੈ ਕੇ ਆਏ ਕੱਲ, ਉਹਨੂੰ ਸੀਗਾ ਉਲਟੀਆਂ ਲੱਗੀਆਂ ਹੋਈਆਂ ਸੀ, ਪੇਟ 'ਚ ਇਨਫੈਕਸ਼ਨ ਸੀ ਤੇ ਉਲਟੀਆਂ ਸੀਗੀਆਂ। ਤੇ ਅਸੀਂ ਨਾ ਉਹਨੂੰ ਪਹਿਲਾਂ ਤਾਂ ਲੈ ਕੇ ਗਏ ਅਗਰਵਾਲ ਹਸਪਤਾਲ 'ਚ, ਤੇ ਉਹਨਾਂ ਨੇ ਕਿਹਾ ਹੈਗਾ ਵੀ ਇਹਨਾਂ ਦੇ ਪੇਟ 'ਚ ਇਨਫੈਕਸ਼ਨ ਹੈ, ਇੱਥੇ ਡਾਕਟਰ ਅਵੇਲੇਬਲ ਨਹੀਂ ਹੈਗਾ ਤੇ ਤੁਸੀਂ ਇੱਥੋਂ ਲੈ ਜਾਓ, ਕਿਉਂਕਿ ਸਾਨੂੰ ਟਾਈਮ ਥੋੜ੍ਹਾ ਜ਼ਿਆਦਾ ਹੋ ਗਿਆ ਸੀਗਾ। ਫਿਰ ਇਸ ਲਈ ਅਸੀਂ 10:30 ਵਜੇ ਅਸੀਂ ਸੋਚਿਆ ਵੀ ਸਾਡੇ ਘਰ ਦੇ ਕੋਲ ਹੈਗਾ, ਅਸੀਂ ਫੋਰਟਿਸ ਹਸਪਤਾਲ ਲੈ ਕੇ ਆ ਗਏ। ਤੇ 10:30 ਵਜੇ ਜਦੋਂ ਅਸੀਂ ਇੱਥੇ ਲੈ ਕੇ ਆਏ ਹਾਂ, ਪਹਿਲਾਂ ਇਹਨਾਂ ਨੇ 20,000 ਰੁਪਇਆ ਸਾਨੂੰ ਕਿਹਾ ਵੀ ਤੁਸੀਂ ਪਹਿਲਾਂ ਦਿਓ, ਫਿਰ ਅਸੀਂ ਸਾਡੇ ਪੇਸ਼ੈਂਟ ਨੂੰ ਐਡਮਿਟ ਕਰਾਂਗੇ। ਅਸੀਂ 20,000 ਰੁਪਇਆ ਉਸੇ ਟਾਈਮ ਦੇਤਾ ਇਹਨਾਂ ਨੇ। ਉਸ ਵਾਰ ਐਡਮਿਟ ਇਹਨਾਂ ਨੇ ਕਰ ਲਿਆ। ਫਿਰ ਉਸ ਤੋਂ ਬਾਅਦ 1 ਘੰਟੇ ਬਾਅਦ ਇਹ ਕਹਿੰਦੇ ਕਿ ਤੁਹਾਡਾ ਪੇਸ਼ੈਂਟ ਠੀਕ ਹੈਗਾ ਵਾ, ਤੇ 11:30 ਵਜੇ ਕਹਿੰਦੇ ਤੁਸੀਂ ਦੂਸਰੇ ਵਾਰਡ 'ਚ ਇਹਨੂੰ ਕਰ ਦੇਣੇ ਆ। ਦੂਸਰੇ ਵਾਰਡ ਦੇ ਵਿੱਚ ਇਹਨਾਂ ਨੇ ਹਾਂਜੀ ਸ਼ਿਫਟ ਕਰ ਦਿੱਤਾ 10:30 ਵਜੇ, ਸੌਰੀ 11:30 ਵਜੇ। ਤੇ 11:30 ਵਜੇ ਮੁੜ ਕੇ ਪੂਰੀ ਰਾਤ ਬਿਲਕੁਲ ਸਹੀ ਰਿਹਾ, ਕੋਈ ਪ੍ਰੋਬਲਮ ਨਹੀਂ ਆ। ਔਰ ਸਵੇਰੇ 6 ਵਜੇ
ਡਾਕਟਰ ਨੇ ਮੈਨੂੰ ਬੁਲਾਇਆ ਤੇ ਕਹਿੰਦੇ ਬੁਲਾ ਕੇ ਕਿ ਇਹਦੀ ਇੱਕ ਕਿਡਨੀ ਫੇਲ ਹੋ ਗਈ ਆ। ਮੈਂ ਕਿਹਾ ਰਾਤੋਂ ਰਾਤ ਕਿੱਦਾਂ ਇੱਕ ਕਿਡਨੀ ਫੇਲ ਹੋ ਗਈ, ਕੱਲ ਤਾਂ ਬਿਲਕੁਲ ਸਹੀ ਸੀਗਾ। ਕਹਿੰਦੇ ਸਾਨੂੰ ਨਹੀਂ ਪਤਾ, ਕਹਿੰਦੇ ਤੁਹਾਨੂੰ ਪਤਾ ਹੋਊਗਾ, ਤੁਹਾਡਾ ਮੁੰਡਾ ਨਸ਼ੇ ਕਰਦਾ ਹੋਊਗਾ। ਅਸੀਂ ਕਿਹਾ ਵੀ ਸਾਡਾ ਮੁੰਡਾ ਕੋਈ ਨਸ਼ੇ ਨਹੀਂ ਕਰਦਾ, ਉਹ ਤਾਂ ਕਾਲਜ ਜਾਂਦਾ ਵਾ, ਇਦਾਂ ਦਾ ਕੁਝ ਵੀ ਨਹੀਂ ਹੈਗਾ, ਮੇਰਾ ਬ੍ਰਦਰ ਤਾਂ ਕੋਈ ਵੀ ਇਦਾਂ ਦਾ ਨਸ਼ਾ ਨਹੀਂ ਕਰਦਾ। ਫਿਰ ਉਸ ਤੋਂ ਬਾਅਦ ਸਾਨੂੰ ਹੀ ਉਲਟਾ ਸਿੱਧਾ ਬੋਲਣ ਲੱਗੇ, ਤੁਸੀਂ ਕਹਿੰਦੇ ਪਹਿਲਾਂ ਹੀ ਬਿਮਾਰ ਕਰਕੇ ਇੱਥੇ ਲੈ ਕੇ ਆਏ ਹੈਗੇ ਹੋ, ਹੁਣ ਤੁਸੀਂ ਸਾਡੇ ਤੇ ਇਹ ਕਹਿ ਰਹੇ ਹੈਗੇ ਹੋ ਕਿ ਇਹ ਕਿ ਕਹਿੰਦੇ ਨੂੰ ਫਰਕ ਨਹੀਂ ਪੈ ਰਿਹਾ। ਤੇ ਚਲੋ ਅਸੀਂ ਕਿਹਾ ਚਲੋ ਠੀਕ ਆ, ਜਦੋਂ ਤੁਸੀਂ ਕਹੋ ਅਸੀਂ ਠੀਕ। ਕਹਿੰਦੇ ਇਹਦੀ ਡਾਇਲਿਸ ਹੋਊਗੀ। ਅਸੀਂ ਕਿਹਾ ਠੀਕ ਆ, ਅਸੀਂ ਕਰਾ ਦਿੰਦੇ ਹਾਂ, ਡਾਇਲਿਸ ਕਰਾ ਦਿੰਦੇ ਹਾਂ। ਫਿਰ ਇਹਨਾਂ ਨੇ 6 ਵਜੇ ਤੋਂ ਬਾਅਦ ਪਹਿਲਾਂ ਇੱਕ ਕਿਡਨੀ ਕਰੇ, 10 ਵਜੇ 4 ਘੰਟਿਆਂ ਬਾਅਦ ਇਹਨਾਂ ਨੇ ਕਿਹਾ ਦੂਜੀ ਵੀ ਕਿਡਨੀ ਫੇਲ ਹੋ ਗਈ ਆ। ਤੁਸੀਂ ਦੱਸੋ 4 ਘੰਟਿਆਂ 'ਚ ਦੂਜੀ ਕਿਡਨੀ ਵੀ ਫੇਲ ਹੋ ਜੂਗੀ, ਠੀਕ ਆ। ਫਿਰ ਇਹਨਾਂ ਨੇ ਡਾਇਲਿਸ ਕਹਿੰਦੇ ਡਾਇਲਿਸ ਕਰਨੀ ਆ। ਫਿਰ ਇਹਨਾਂ ਨੇ ਡਾਇਲਿਸ 1.5 ਘੰਟਾ ਡਾਇਲਿਸ ਕੀਤੀ। ਉਸ ਤੋਂ ਬਾਅਦ ਕਹਿੰਦੇ ਅਜੇ ਅੱਧੀ ਡਾਇਲਿਸ ਹੋਈ ਆ, ਅੱਧੀ ਬਾਅਦ ਦੇ ਵਿੱਚ ਕਰਾਂਗੇ ਅਸੀਂ ਕਿਹਾ ਠੀਕ ਆ। ਫਿਰ ਇਹਨਾਂ ਨੇ ਦੁਬਾਰਾ ਸਾਨੂੰ ਬੁਲਾਇਆ, ਕਹਿੰਦੇ ਉਹਦੀ ਤਾਂ ਦਿਲ ਦੀ ਬਹੁਤ ਜ਼ਿਆਦਾ ਹਾਰਟ ਬੀਟ ਤੇਜ਼ ਹੋ ਗਈ ਆ ਤੇ ਇਹਦੇ ਮੇਕ ਕਰਵਾਉਣਾ ਪੈਣਾ ਵਾ। ਅਸੀਂ ਕਿਹਾ ਠੀਕ ਆ। ਤੇ ਅਸੀਂ ਕਿਹਾ ਵੀ ਕਹਿੰਦੇ ਇੰਨੇ ਪੈਸੇ ਜਮ੍ਹਾਂ ਕਰਵਾ ਦਿਓ। ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਅਸੀਂ 20,000 ਕਰਾਇਆ, ਫਿਰ ਅਸੀਂ 30,000 ਰੁਪਏ ਕਰਵਾਇਆ, ਫਿਰ ਦੁਬਾਰਾ 20 ਕਰਾਇਆ। ਫਿਰ ਅਜੇ ਹੋਰ ਹੀ ਮੰਗਦੇ ਸੀਗੇ, ਇਹ ਮੰਗਦੇ ਪਏ ਸੀ ਸਾਡੇ ਕੋਲ 65 ਹਜੇ ਹੋਰ ਮੰਗ ਰਹੇ ਸੀਗੇ। ਉਹ ਹਜੇ ਸਾਡੇ ਕੋਲ ਨਹੀਂ ਸੀਗੇ ਪੈਸੇ, ਕਿਉਂਕਿ ਮੈਂ ਵੀ ਇਕੱਲੀ ਕਮਾਉਣ ਵਾਲੀ ਹਾਂ ਕਿ ਅਸੀਂ ਕਿਹਾ ਕੋਈ ਗੱਲ ਨਹੀਂ ਕਰ ਦਿੰਦੇ ਹਾਂ, ਤੁਸੀਂ ਇਲਾਜ ਸ਼ੁਰੂ ਕਰੋ। ਤੇ ਉਸ ਤੋਂ ਬਾਅਦ ਕੀ ਹੋਇਆ, ਹਜੇ ਅਸੀਂ ਪੈਸੇ ਜਮ੍ਹਾਂ ਕਰਾ ਕੇ ਹੀ ਆਏ ਹਾਂ। 5 ਮਿੰਟ ਬਾਅਦ ਇਹਨਾਂ ਨੇ ਮੇਕਰ ਪਾਇਆ ਜਾਂ ਨਹੀਂ ਪਾਇਆ ਇਹਨਾਂ ਨੂੰ ਪਤਾ। 5 ਮਿੰਟ ਬਾਅਦ ਇਹ ਕਹਿੰਦੇ ਤੁਹਾਡਾ ਮੁੰਡਾ ਮਰ ਗਿਆ, ਇਹਨੂੰ ਲੈ ਜਾਓ, ਸੌਰੀ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਆ? ਅਸੀਂ ਤਾਂ ਇਹ ਸੋਚ ਕੇ ਲੈ ਕੇ ਆਏ ਕਿ ਸਾਡਾ ਭਰਾ ਮੇਰਾ ਚੰਗਾ ਹੋ ਜਾਊਗਾ ਇੱਥੇ, ਠੀਕ ਆ। ਇਸ ਲਈ ਸਾਨੂੰ ਇਨਸਾਫ ਚਾਹੀਦਾ ਕਿ ਜਿੱਦਾਂ ਸਾਡੇ ਨਾਲ ਹੋਇਆ ਉੱਦਾਂ ਕਿਸੇ ਹੋਰ ਦੇ ਨਾਲ ਨਾ ਹੋਵੇ। ਤੁਹਾਡੇ ਕੋਲ 70,000 ਰੁਪਏ ਜਮ੍ਹਾਂ ਹੋ ਚੁੱਕੇ ਜੀ? ਹਾਂਜੀ, ਸਾਡੇ ਵੱਲੋਂ 70,000 ਰੁਪਏ ਜਮ੍ਹਾਂ ਹੋ ਚੁੱਕੇ ਆ। ਇਹਨਾਂ ਨੇ 2 ਲੱਖ ਕਿਹਾ ਸੀ, ਅਸੀਂ ਪੂਰੇ ਜਮ੍ਹਾਂ ਨਹੀਂ ਕਰਾਏ ਹਜੇ ਤੱਕ। 2 ਲੱਖ ਤੁਹਾਨੂੰ 2 ਲੱਖ ਕਿੰਨਾ ਹੀ ਅਸੀਂ ਕਰਕੇ ਜਾਂ ਬਾਅਦ ਨਹੀਂ, ਬਾਅਦ ਚ ਕਿਹਾ ਇਹਨਾਂ ਨੇ। ਕਿੰਨਾ ਖਰਚਾ ਤੁਹਾਡਾ? ਹਾਂਜੀ, ਇਹਨਾਂ ਨੇ ਬਾਅਦ ਚ ਕਿਹਾ, ਕਹਿੰਦੇ 2 ਲੱਖ ਦੇ ਕਰੀਬ ਹੋਊਗਾ ਖਰਚਾ। ਅਸੀਂ ਕਿਹਾ ਠੀਕ ਆ, ਅਸੀਂ ਕਿਹਾ ਕਰ ਦਾਂਗੇ, ਪਰ ਲੇਕਿਨ ਸਾਡਾ ਮੁੰਡਾ ਤਾਂ ਔਰ ਮੇਨ ਗੱਲ ਇਹ ਕੱਲ ਦਾ ਸਾਨੂੰ ਮੁੰਡੇ ਨੂੰ ਮਿਲਣ ਹੀ ਨਹੀਂ ਦੇ ਰਹੇ ਹੈਗੇ, ਕਿਸੇ ਨੂੰ ਵੀ ਮਿਲਣ ਨਹੀਂ ਦੇ ਰਹੇ ਹੈਗੇ, ਅੰਦਰ ਹੀ ਨਹੀਂ ਜਾਣ ਦੇ ਰਹੇ ਹੈਗੇ। ਤੁਹਾਨੂੰ ਕਿੰਨੇ ਵਜੇ ਦੱਸਿਆ ਕਿ ਡੈਥ ਹੋ ਗਈ ਉਹਦੀ? ਇਹ ਸਾਨੂੰ ਦੱਸਿਆ ਹੈਗਾ ਇਹਨਾਂ ਨੇ 11:30 ਦੇ ਕਰੀਬ ਸਾਨੂੰ ਦੱਸਿਆ ਇਹਨਾਂ ਨੇ ਕਿ ਮੁੰਡੇ ਦੀ ਡੈਥ ਹੋ ਗਈ। ਹਾਂਜੀ, ਸਵੇਰੇ। ਹੁਣ ਦੇਖੋ 6 ਵਜੇ ਤੋਂ ਲੈ ਕੇ 11:30 ਵਜੇ ਤੱਕ ਇਹਨਾਂ ਨੇ ਮੁੰਡਾ ਮਾਰਤਾ ਸਾਡਾ, ਔਰ 2 ਕਿਡਨੀਆਂ ਵੀ ਫੇਲ ਕਰਤੀਆਂ, ਮੇਕਰ ਵੀ ਪਾਤਾ, ਸਾਰਾ ਕੁਝ ਕਰਨ ਦੇ ਬਾਵਜੂਦ, ਪੈਸੇ ਵੀ ਦੇਣ ਦੇ ਬਾਵਜੂਦ ਇਹਨਾਂ ਨੇ ਸਾਡੇ ਹੱਥ 'ਚ ਫੜਾਤਾ। ਇਹਨਾਂ ਦੀ ਐਡੀ ਲਾਪਰਵਾਹੀ। ਉੱਤੋਂ ਸਾਨੂੰ ਬੋਲ ਰਿਹਾ, ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਸੀਗਾ। ਸਾਡਾ ਮੁੰਡਾ ਨਸ਼ਾ ਕਰਦਾ ਨਾ, ਤੁਸੀਂ ਮੈਡੀਕਲ ਕਰਾਓ, ਤੁਸੀਂ ਮੈਡੀਕਲ ਦੇ ਵਿੱਚ ਆਊਗਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਕਿ ਨਹੀਂ ਕਰਦਾ। ਅਸੀਂ 3 ਭੈਣ ਭਰਾ ਵਾ, ਮੈਂ ਸਭ ਤੋਂ ਵੱਡੀ ਆ, ਫਿਰ ਜਿਹੜਾ ਇਹ ਸੀਗਾ ਔਰ ਇੱਕ ਹੋਰ ਛੋਟਾ ਵਾ ਸਭ ਤੋਂ। ਹਾਂਜੀ, ਉਹ ਵੀ ਬ੍ਰਦਰ। ਇਹ 22 ਸਾਲ ਦਾ ਸੀਗਾ। ਜਿਸ ਤਰ੍ਹਾਂ ਤੁਸੀਂ ਆਰੋਪ ਲਗਾ ਰਹੇ ਹੋ, ਇਹ ਜਿਹੜਾ ਵੀ ਹੁਣ ਇੱਥੇ ਮੈਡੀਕਲ ਇਹਨਾਂ ਦਾ ਕਰਾਉਂਗੇ ਸਿਵਲ ਦਾ ਹਸਪਤਾਲ? ਹਾਂਜੀ ਜੀ, ਅਸੀਂ ਮੈਡੀਕਲ ਕਰਵਾ ਰਹੇ ਹਾਂ। ਹਾਂਜੀ, ਬਿਲਕੁਲ ਜੀ। ਹਾਂਜੀ, ਅੱਗੇ ਕੀ ਕਾਰਵਾਈ ਤੁਸੀਂ ਮੰਗ ਕਰਦੇ ਹੋ? ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ। ਅਸੀਂ ਇਹੀ ਚਾਹੁੰਦੇ ਹੈਗੇ ਆ, ਸਭ ਜਿੱਦਾਂ ਸਾਡੇ ਨਾਲ ਇਹਨਾਂ ਨੇ ਕੀਤਾ ਵਾ, ਤਾਂ ਕਿ ਹੋਰ ਕਿਸੇ ਨਾਲ ਨਾ ਕਰ ਸਕਣ। ਹਾਂਜੀ, ਆਈ ਸੀਗੀ ਪੁਲਿਸ ਨੇ ਵੀ ਤੁਹਾਨੂੰ ਅੱਗੇ ਪੁੱਛਿਆ, ਕੋਈ ਦਰਖਾਸਤ ਦਿੱਤੀ ਹੈ ਥਾਣੇ? ਹਾਂਜੀ, ਪੁਲਿਸ ਵੀ ਆਈ ਸੀ, ਉਹ ਇਹਨਾਂ ਨੇ ਹੀ ਬੁਲਾਇਆ ਵਾ, ਪੁਲਿਸ ਵਾਲੇ ਇਹਨਾਂ ਨੇ ਬੁਲਾਇਆ ਵਾ, ਪਰ ਲੇਕਿਨ ਅਸੀਂ ਪੁਲਿਸ ਵਾਲਿਆਂ ਨੂੰ ਜੋ ਸੱਚ ਸੀ ਅਸੀਂ ਉਹਨਾਂ ਨੂੰ ਦੱਸਤਾ। ਤੁਹਾਡੇ ਨਾਲ ਦਰਖਾਸਤ ਲਿਖਾਈ ਜਾਏਗੀ ਥਾਣੇ? ਨਹੀਂ, ਅਸੀਂ ਨਹੀਂ ਲਿਖਾਈ ਜੀ, ਅਸੀਂ ਕੁਝ ਨਹੀਂ ਲਿਖਾਇਆ ਹੈਗਾ। ਲਿਖਾ ਰਹੇ ਹੋ ਜਿਸ ਤਰ੍ਹਾਂ ਕਾਰਵਾਈ ਦੀ ਮੰਗ ਕਰਦੇ, ਜਿਸ ਤਰ੍ਹਾਂ ਕਹਿ ਸਕਦੇ ਹਾਂ, ਮਤਲਬ ਇੱਕ ਲਾਪਰਵਾਹੀ ਡਾਕਟਰਾਂ ਦੀ? ਹਾਂਜੀ, ਉਹ ਤਾਂ ਜੀ ਅਸੀਂ ਪੋਸਟਮਾਰਟਮ ਕਰ ਰਹੇ ਹਾਂ, ਪੋਸਟਮਾਰਟਮ ਤੋਂ ਬਾਅਦ ਫਿਰ ਅਸੀਂ ਕਰਾਂਗੇ। ਹਾਂਜੀ, ਬਸ ਸਾਡੀ ਇਹੀ ਹੈਗੀ ਆ ਕਿ ਸਾਨੂੰ ਇਨਸਾਫ ਮਿਲੇ। ਮੇਰਾ ਨਾਮ ਬੱਬਲ ਆ ਜੀ, ਮੇਰਾ ਭਾਣਜਾ। ਤਾਂ ਇਹ ਉਹਨੂੰ ਰਾਤ ਨੂੰ ਉਲਟੀਆਂ ਟੱਟੀਆਂ ਲੱਗੀਆਂ ਆ। ਜਿਹੜਾ ਸਾਡਾ ਫੈਮਿਲੀ ਡਾਕਟਰ ਆ ਉਹਦੇ ਕੋਲ ਲੈ ਕੇ ਗਏ, ਉਹ ਕਹਿੰਦਾ ਵੀ ਇਦਾਂ ਕਰੋ ਤੁਸੀਂ ਇਹਦੀਆਂ ਰਿਪੋਰਟਾਂ ਕਰਾ ਲਿਆਓ ਸਾਰੀਆਂ। ਉਹਨੇ ਲਿਖ ਕੇ ਦਿੱਤੀਆਂ, ਅਸੀਂ ਉਹ ਕਰਾ ਕੇ ਆਏ ਤਾਂ ਰਾਤ ਹੋ ਗਈ, ਉਹਨਾਂ ਨੇ ਬੰਦ ਕਰਤਾ। ਅਸੀਂ ਕਿਹਾ ਵੀ ਇੱਥੇ ਉਹਦੀ ਹਾਲਤ ਜ਼ਿਆਦਾ ਖਰਾਬ ਆ, ਵੀ ਉਲਟੀਆਂ ਟੱਟੀਆਂ, ਵੀ ਇੱਥੇ ਨੇੜੇ ਆ ਹਸਪੀਟਲ, ਇੱਥੇ ਅਸੀਂ ਲੈ ਜਾਂਦੇ ਆ। ਬਸ ਅਸੀਂ ਇੱਥੇ ਲੈ ਕੇ ਆਏ ਆ। ਉਹਨਾਂ ਨੇ ਕਿਹਾ, ਇਹ ਕਹਿੰਦੇ ਜੀ ਉਹਦੀਆਂ ਕਿਡਨੀਆਂ ਖਰਾਬ ਹੋ ਗਈਆਂ, ਪਹਿਲਾਂ 20,000 ਪਹਿਲਾਂ ਜਮ੍ਹਾਂ ਕਰਾ ਲਿਆ, ਬਾਅਦ 'ਚ ਫਿਰ ਪੈਸੇ ਜਮ੍ਹਾਂ ਕਰਾ ਲਿਆ। ਪੜ੍ਹਦਾ ਸੀ ਜੀ, MA 'ਚ ਪੜ੍ਹਦਾ ਸੀ ਜੀ। ਉਸ ਤੋਂ ਬਾਅਦ ਨਾਲ ਹੀ ਮਤਲਬ ਕਿ ਇਹਨਾਂ ਨੇ ਕਿਹਾ ਵੀ ਉਹ ਇੱਕ ਮੇਕਰ ਪੈਣਾ, ਉਹਦਾ ਦਿਲ ਜਵਾਬ ਦਿੰਦਾ ਜਾਂਦਾ। ਉਹਦੇ ਪੈਸੇ ਜਮ੍ਹਾਂ ਕਰਾਏ, ਨਾਲ ਹੀ ਕਹਿੰਦੇ ਜੀ ਤੁਹਾਡੇ ਮੁੰਡੇ ਦੀ ਡੈਥ ਹੋ ਗਈ 5 ਮਿੰਟ ਬਾਅਦ। 5 ਮਿੰਟ ਦੇ ਵਿੱਚ ਆਪਰੇਸ਼ਨ ਹੋ ਜਾਂਦਾ ਜੀ। ਕਿੰਨੇ ਪੈਸੇ ਜਮ੍ਹਾਂ ਕਰਾਏ ਉਹਨਾਂ ਨੇ? ਫਿਰ ਇਹਨਾਂ ਨੂੰ ਅਸੀਂ 30,000 ਰੁਪਏ ਦਿੱਤਾ। 70,000 ਮੰਗਦੇ ਸੀ, ਅਸੀਂ ਕਿਹਾ ਵੀ 42,000 ਅਸੀਂ ਬਾਅਦ ਚ ਦੇਵਾਂਗੇ, ਪਹਿਲਾਂ ਤੁਸੀਂ ਮੇਕਰ ਪਾ ਦਿਓ। ਹਾਂ, ਕਹਿੰਦਾ ਕੋਈ ਨਹੀਂ ਪਾ ਦਿੰਦੇ ਆ। ਜਦ ਇਹ ਉੱਪਰ ਗਏ ਆ ਤੇ ਫਿਰ ਕਹਿੰਦੇ ਪਹਿਲਾਂ ਕਹਿੰਦੇ ਪਾ ਦਿੰਦੇ ਆ, ਪੈਸੇ ਜਮ੍ਹਾਂ ਕਰੋ, ਬਾਅਦ ਚ ਕਹਿੰਦੇ ਜੀ ਮੇਕਰ ਤਾਂ ਅਸੀਂ ਪਾ ਵੀ ਦਿੱਤਾ। ਪਹਿਲਾਂ ਕਹਿੰਦੇ ਅਸੀਂ ਪੈਸੇ ਦੇ ਦਿਓ, ਮੇਕਰ ਪਾਤਾ, ਬਾਅਦ ਚ ਜਦੋਂ ਮੈਂ ਕਿਹਾ ਵੀ ਮੈਨੂੰ ਮਿਲਾਓ, ਹੈ ਕਹਿੰਦਾ ਸੌਰੀ ਮਾਤਾ ਅਸੀਂ ਇਹਨੂੰ ਬਚਾ ਨਹੀਂ। ਮਿਲਣ ਹੀ ਨਹੀਂ ਦਿੱਤਾ ਇੱਕ ਵਾਰੀ। ਲਾਪਰਵਾਹੀ ਸਮਝਦੇ ਡਾਕਟਰ? ਲਾਪਰਵਾਹੀ, ਇਸ ਤੋਂ ਜ਼ਿਆਦਾ ਲਾਪਰਵਾਹੀ ਕੀ ਹੋ ਸਕਦੀ? ਇਹ ਦੱਸੋ ਸਾਨੂੰ ਕਹਿੰਦਾ ਤੁਸੀਂ ਸਾਨੂੰ ਕੱਲ ਇੱਕ ਵਾਰੀ ਮਿਲਣ ਦਿੱਤਾ,
ਇਹਨਾਂ ਨੇ ਸਾਨੂੰ ਜਿੱਦਾਂ ਕਹਿੰਦੇ ਅੱਜ ਸਵੇਰ ਤੋਂ ਲੈ ਕੇ ਮੈਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ? ਉਹਨਾਂ ਨੇ ਅੰਦਰ ਹੀ ਨਹੀਂ ਜਾਣ ਦਿੱਤਾ ਜੀ, ਅੰਦਰ ਹੀ ਨਹੀਂ ਜਾਂਦਾ, ਮਿਲਣ ਹੀ ਨਹੀਂ ਦਿੱਤਾ ਸਾਨੂੰ। ਤਾਂ ਲਾਸ਼ ਹੀ ਦਿੱਤੀ ਆ ਵੀ ਆਹ ਦੇਖ ਲਓ ਜੀ ਪਿਆ। ਕਿੰਨੇ ਵਜੇ ਦੱਸੇ ਤੁਹਾਨੂੰ? ਕਿੰਨੇ ਵਜੇ ਦਾ ਟਾਈਮ ਹੋ ਗਿਆ? ਮੋਨਾ ਕਿੰਨੇ ਕੁ ਵਜੇ ਦਾ ਟਾਈਮ ਸੀ? ਤੁਸੀਂ ਇਹ ਦੱਸੋ ਕਿ ਜਿਹੜੀ ਅੱਗੇ 10:30 11 ਵਜੇ ਦਾ ਟਾਈਮ ਸੀ। ਪੋਸਟਮਾਰਟਮ ਕਰਾ ਕੇ ਤੁਸੀਂ ਇਹਦੀ ਕਾਰਵਾਈ ਕਰਵਾ ਅਸੀਂ ਪੋਸਟਮਾਰਟਮ ਕਰਾਉਣਾ ਜੀ, ਕਾਰਵਾਈ ਕਰਾਣੀ ਆ। ਪੁਲਿਸ ਵਾਲਿਆਂ ਨੂੰ ਕਹਿਤਾ ਆ ਜੀ, ਪੁਲਿਸ ਵਾਲੇ ਕਹਿੰਦੇ ਆ ਵੀ 3-4 ਘੰਟੇ ਦੇ ਲੱਗ ਜਾਣੇ ਸਾਨੂੰ, ਪੇਪਰ ਬਣਾਉਣੇ ਆ ਜੀ, ਐਂ ਕਰਨੇ ਆ। ਸਾਨੂੰ ਤਾਂ ਸਾਰੇ ਇੱਥੇ ਗਮਰਾਹ ਕਰੀ ਜਾ ਰਹੇ ਜੀ। और एज ए आपके यहाँ पर हो गया है उसके बारे में जो एक डेथ हुई है लड़के की, कितनी उम्र है, कैसे डेथ हुई है? ਡਾਕਟਰ ਅਨਾਮਿਕਾ ਨਾਮ ਹੈ ਮੇਰਾ, ਮੈਡੀਕਲ ਸੁਪਰਿੰਟੈਂਡੈਂਟ ਹਾਂ ਫੋਰਟਿਸ ਹਸਪੀਟਲ ਲੁਧਿਆਣਾ ਦੀ। ਪੇਸ਼ੈਂਟ ਦਾ ਨਾਮ ਦੀਪਕ ਸੀ ਔਰ ਸਾਡੇ ਕੋਲ 10:30 ਵਜੇ ਰਾਤੀ ਐਡਮਿਟ ਹੋਇਆ ਇਨ ਅ ਸੀਰੀਅਸ ਕੰਡੀਸ਼ਨ। ਠੀਕ ਹੈ, ਪੇਸ਼ੈਂਟ ਐਕਚੁਅਲੀ ਤੇ ਪ੍ਰੋਬਲਮ ਮੈਨੂੰ 4 ਸਾਲ ਦੀ ਸੀ, ਜਿੱਦਾਂ ਦੀ ਇਹਦੀ ਹਿਸਟਰੀ ਦਿੱਤੀ ਸੀ ਕਿ ਪੇਸ਼ੈਂਟ ਦਾ ਹਾਰਟ ਪ੍ਰੋਬਲਮ ਸੀ, ਕਾਰਡੀਓਮਾਇਓਪੈਥੀ ਕਹਿੰਦੇ ਆ ਉਹਨੂੰ। ਤੇ ਉਹ ਬਟ ਇਹਨਾਂ ਨੇ ਸਾਡੇ ਕੋਲ ਤੇ ਪਹਿਲੀ ਵਾਰ ਹੀ ਆਏ ਨੇ ਰਾਤੀ। ਪੇਸ਼ੈਂਟ ਡਿਟੀਰੀਓਰੇਟ ਜਦ ਹੋਇਆ ਸੀ ਤਾਂ, ਔਰ ਉੱਤੇ ਪਹਿਲੇ ਕੋਈ ਹੋਮਿਓਪੈਥੀ ਦਾ ਇਲਾਜ ਕਰਾ ਰਹੇ ਸੀ 4 ਸਾਲ ਤੋਂ। ਉਹ ਸਾਨੂੰ ਕੋਈ ਡਿਟੇਲਸ ਸ਼ੇਅਰ ਨਹੀਂ ਕੀਤੀ ਹੈ ਇਹਨਾਂ ਨੇ, ਬਸ ਇਹੀ ਦੱਸਿਆ ਸੀ ਹੋਮਿਓਪੈਥੀ ਇਲਾਜ ਚੱਲ ਰਿਹਾ। ਤੇ ਸਵੇਰੇ ਜਦ ਪੇਸ਼ੈਂਟ ਕੋਲੈਪਸ ਹੋਇਆ ਸੀ ਇਹਨਾਂ ਦਾ, ਤੇ ਇਹ ਫਿਰ ਉਹਦੇ ਹੋਮਿਓਪੈਥੀ ਵਾਲੇ ਜਿਹੜੇ ਕਲੀਨਿਕ 'ਚ ਕਿੱਥੇ ਗਏ ਨੇ ਤੇ ਉਹ ਉੱਥੇ ਇਲਾਜ ਕਰਾਇਆ ਇਹਨਾਂ ਨੇ। ਤਾਂ ਬਾਅਦ 'ਚ ਦੇ ਪੇਸ਼ੈਂਟ ਦੀ ਕੰਡੀਸ਼ਨ ਜ਼ਿਆਦਾ ਸੀਰੀਅਸ ਹੋ ਗਈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹਸਪੀਟਲ ਲੈ ਜਾਓ। ਤੇ ਗਿਲ ਹਸਪੀਟਲ ਗਏ ਨੇ, ਉੱਥੇ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਜਾ ਕੇ ਕਿਸੇ ਵੱਡੇ ਹਸਪੀਟਲ ਲੈ ਜਾਓ, ਕਿਉਂਕਿ ਉਹਨਾਂ ਨੂੰ ਪਤਾ ਸੀ ਪੇਸ਼ੈਂਟ ਦੀ ਕੰਡੀਸ਼ਨ ਸਿਕ ਹੈ। ਤੇ ਰਾਤੀ 10:30 ਵਜੇ ਸਾਡੇ ਕੋਲ ਆਏ ਨੇ, ਬਟ ਇਹਨਾਂ ਨੇ ਸਾਡੇ ਨਾਲ ਕੋਈ ਰਿਕਾਰਡ ਸ਼ੇਅਰ ਨਹੀਂ ਕੀਤੇ ਪੁਰਾਣੇ, ਨਾ ਸਾਨੂੰ ਦੱਸਿਆ ਕਿ ਕੀ ਪ੍ਰੋਬਲਮ ਹੋਈ ਹੈ ਕੀ ਨਹੀਂ ਹੈ। ਬਸ ਇਹ ਚੱਲਿਆ ਕਿ ਬਾਹਰੋਂ ਕਿਸੇ ਇਲਾਜ ਚੱਲ ਰਿਹਾ ਸੀਗਾ 4 ਸਾਲ ਤੋਂ ਪੇਸ਼ੈਂਟ ਦਾ। ਤੇ ਅਸੀਂ ਜਦ ਇਵੈਲੂਏਟ ਕੀਤਾ ਤੇ ਪੇਸ਼ੈਂਟ ਜ਼ਿਆਦਾ ਡਿਟੀਰੀਓਰੇਟ ਸਿਕ ਸੀਗਾ, ਕਿਉਂਕਿ ਕਾਰਡੀਓਮਾਇਓਪੈਥੀ ਜਿਹੜੀ ਕੰਡੀਸ਼ਨ ਹੈ ਉਹਦੇ ਕਰਕੇ ਲਿਵਰ ਤੇ ਅਸਰ ਸੀ। ਜਦ ਲਿਵਰ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਉਹਦੇ ਬਾਅਦ ਕਿਡਨੀ ਸ਼ਟਡਾਊਨ ਹੋਇਆ ਸੀ ਪੇਸ਼ੈਂਟ ਦਾ। ਪੇਸ਼ੈਂਟ ਦੇ ਸਾਰੇ ਜਿਹੜੇ ਪੈਰਾਮੀਟਰ ਸੀ, ਐਸਿਡੋਸਿਸ ਸੀਗਾ, ਪੋਟੈਸ਼ੀਅਮ ਲੈਵਲ ਹਾਈ ਸੀਗਾ, ECG ਤੇ ਸੀਵੀਅਰ ਚੇਂਜਸ ਸੀ। ਤੇ ਅਸੀਂ ਇਹਨਾਂ ਨੂੰ ਪ੍ਰੋਗਨੋਸਿਸ ਐਕਸਪਲੇਨ ਕੀਤਾ, ਜੋ ਇਹਨਾਂ ਨੇ ਆਪਣੇ ਵੱਲੋਂ ਵੀ ਲਿਖਿਆ 12 ਵਜੇ ਕਿ ਅਸੀਂ ਸਾਰਾ ਕੁਝ ਐਕਸਪਲੇਨ ਕੀਤਾ ਕਿ ਪੇਸ਼ੈਂਟ ਦੀ ਕੰਡੀਸ਼ਨ ਸਿਕ ਹੈ ਤੇ ਪੇਸ਼ੈਂਟ ਨੂੰ ਬਚਣਾ ਮੁਸ਼ਕਿਲ ਹੈ। ਬਟ ਇਹਨਾਂ ਨੇ ਸਾਨੂੰ ਰਜ਼ਾਮੰਦੀ ਦਿੱਤੀ ਕਿ ਜਿਹੜਾ ਵੀ ਕੋਸ਼ਿਸ਼ ਤੁਹਾਡੇ ਵੱਲੋਂ ਹੁੰਦੀ ਹੈ ਤੁਸੀਂ ਕੋਸ਼ਿਸ਼ ਕਰਕੇ ਜਿਹੜਾ ਵੀ ਇਲਾਜ ਮੁਮਕਿਨ ਹੈ ਉਹ ਕਰੋ। ਇਸ ਕਰਕੇ ਪੇਸ਼ੈਂਟ ਦੀ ਫੈਮਿਲੀ ਨੂੰ ਲਗਾਤਾਰ ਇਨਫੋਰਮ ਕਰਦੇ ਰਹੇ? ਲਗਾਤਾਰ ਜੀ, ਪੇਸ਼ੈਂਟ ਦੇ ਦੇਖੋ 3 ਤੇ ਫਾਈਲ ਤੇ ਹੀ ਸਾਡੇ ਪ੍ਰੋਗਨੋਸਿਸ ਐਕਸਪਲੇਨ ਹੈ। 12 ਵਜੇ ਵੀ ਹੈ, 5 ਵਜੇ ਵੀ ਹੈ ਸਵੇਰੇ। ਫਿਰ ਜਦ ਜ਼ਿਆਦਾ ਪੇਸ਼ੈਂਟ ਖਰਾਬ ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਇਨਫੋਰਮ ਕਰਦੇ ਰਹੇ। ਪੇਸ਼ੈਂਟ ਦੇ ਰਿਲੇਟਿਵਸ ਨੂੰ ਪਤਾ ਸੀਗਾ ਕਿ ਕੀ ਹੈ, ਕਿਉਂਕਿ ਉਹ ਬਾਹਰੋਂ ਹੀ ਪਹਿਲੇ ਹੀ ਪੇਸ਼ੈਂਟ ਖਰਾਬ ਕਰਕੇ ਸਾਡੇ ਕੋਲ ਆਏ ਸੀ। ਤੇ ਅਸੀਂ ਸਾਰਾ ਕੁਝ ਹੀ ਬਾਰ-ਬਾਰ ਐਕਸਪਲੇਨ ਕਰ ਰਹੇ ਸੀ। ਤੇ ਉਹਨਾਂ ਦੀ ਰਜ਼ਾਮੰਦੀ ਨਾਲ ਹੀ ਅਸੀਂ ਜਿਹੜਾ ਵੀ ਪੋਸੀਬਲ ਹੈ ਉਹਦੇ 'ਚ ਇਲਾਜ ਦਾ ਅਸੀਂ ਡਾਇਲਿਸਿਸ ਵੀ ਕੀਤਾ ਹੈ ਨਾ, ਟੈਂਪਰੇਰੀ ਪੇਸ ਮੇਕਰ ਵੀ ਪਾ ਕੇ ਵੇਖਿਆ। ਸਾਰਾ ਕੁਝ ਜਿਹੜਾ ਪੋਸੀਬਲ ਸੀਗਾ ਪੇਸ਼ੈਂਟ ਨੂੰ ਬਚਾਉਣ ਵਾਸਤੇ, ਕਿਉਂਕਿ ਸਾਨੂੰ ਵੀ ਪਤਾ 22 ਸਾਲ ਦਾ ਯੰਗ ਪੇਸ਼ੈਂਟ ਹੈ, ਸਾਨੂੰ ਵੀ ਦੁੱਖ ਹੁੰਦਾ ਹੈ ਇੱਦਾਂ ਦਾ ਕੋਈ ਪੇਸ਼ੈਂਟ ਸਾਨੂੰ ਲੂਜ਼ ਹੋ ਜਾਏ ਤੇ ਬਟ ਉਹਨਾਂ ਨੇ ਸਾਨੂੰ ਰਜ਼ਾਮੰਦੀ ਦਿੱਤੀ। ਇਸ ਕਰਕੇ ਅਸੀਂ ਇਲਾਜ ਵੀ ਕਰਦੇ ਰਹੇ ਜਿਹੜਾ ਪੋਸੀਬਲ ਸੀਗਾ, ਬਟ ਅਸੀਂ ਐਕਸਪਲੇਨ ਵੀ ਕਰਦੇ ਰਹੇ ਕਿ ਇਹਦੇ ਦੀ ਕੰਡੀਸ਼ਨ ਹੈ ਕਿ ਪੇਸ਼ੈਂਟ ਨੇ ਰਿਵਾਈਵ ਨਹੀਂ ਹੋਣਾ। ਫੈਮਿਲੀ ਜਿਹੜੇ ਆਰੋਪ ਲਗਾ ਰਹੀ ਹੈ ਲਾਪਰਵਾਹੀ ਦੇ, ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ, ਇਹ ਤੇ ਸਰਾਸਰ ਗਲਤ ਆਰੋਪ ਲੱਗ ਰਹੇ ਨੇ, ਕਿਉਂਕਿ ਫੈਮਿਲੀ ਨੂੰ ਪਤਾ ਹੀ ਸੀਗਾ ਕਿ ਪੇਸ਼ੈਂਟ ਸਿਕ ਹੈ ਤੇ ਅਸੀਂ ਐਕਸਪਲੇਨ ਵੀ ਉਹਨਾਂ ਨੂੰ ਬਾਰ-ਬਾਰ ਕੀਤਾ ਸੀ। ਤੇ ਜਿਹੜੇ ਹੁਣ ਆਰੋਪ ਲੱਗ ਰਹੇ ਨੇ ਉਹ ਤੇ ਬਿਲਕੁਲ ਹੀ ਗਲਤ ਨੇ, ਨਾਜਾਇਜ਼। ਇਹ ਵੀ ਪਤਾ ਲੱਗਿਆ ਸੀਗਾ ਤੁਹਾਡੇ ਡਾਕਟਰ ਸਾਹਿਬ ਨੇ ਕਿਹਾ ਕਿ ਕੋਈ ਨਸ਼ੇ ਦਾ ਆਦੀ ਸੀਗਾ, ਨਸ਼ਾ ਵਗੈਰਾ ਡੋਜ਼ ਵਗੈਰਾ। ਇੱਦਾਂ ਦੀ ਕੋਈ ਵੀ ਸਟੇਟਮੈਂਟ ਸਾਡੇ ਕਿਸੇ ਡਾਕਟਰ ਨੇ ਨਹੀਂ ਦਿੱਤੀ ਹੈ। ਇਹ ਬੜੀ ਲੂਜ਼ ਜੀ ਲੈਂਗੁਏਜ ਯੂਜ਼ ਕਰ ਰਹੇ ਨੇ ਹੁਣ, ਜਿਹੜਾ ਕਿ ਸਾਡੇ ਵੱਲੋਂ ਕੋਈ ਇੱਦਾਂ ਦੀ ਸਟੇਟਮੈਂਟ ਨਹੀਂ ਹੋਈ ਹੈ, ਕਿਉਂਕਿ ਜਿਹੜੀ ਹਾਰਟ ਦੀ ਕੰਡੀਸ਼ਨ ਹੈ ਉਹਦੇ 'ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੀਤਾ ਜਾਂ ਉਹ ਕੀਤਾ, ਬਿਕੋਜ਼ ਇਹਨਾਂ ਨੇ ਸਾਨੂੰ ਕੋਈ ਹਿਸਟਰੀ ਨਾ ਦਿੱਤੀ ਵੀ ਨਹੀਂ ਹੈ, ਨਾ ਹੀ ਇਹਨਾਂ ਨੇ ਸਾਡੇ ਨਾਲ ਕੋਈ ਰਿਕਾਰਡ ਸ਼ੇਅਰ ਕੋਈ ਕੀਤਾ। ਪਰਿਵਾਰ ਵੱਲੋਂ ਕੋਈ ਅੰਦਰ ਹੰਗਾਮਾ ਕੀਤਾ ਸੀਗਾ ਇਸ ਹਿਸਾਬ ਨਾਲ? ਪਰਿਵਾਰ ਨੇ ਕਾਫੀ ਹੰਗਾਮਾ ਕੀਤਾ। ਸਾਡੇ ਕਾਰਡੀਅਕ ਕੇਅਰ ਯੂਨਿਟ ਜਿਹੜਾ ਕਿ ICU ਹੁੰਦਾ ਹੈ ਕਾਰਡੀਅਕ ਪੇਸ਼ੈਂਟ ਤਾਂ ਉਹਦੇ ਬੜੇ ਸਿਕ ਪੇਸ਼ੈਂਟ ਸਾਡੇ ਹੁੰਦੇ, ਬੜਾ ਹੀ ਰੋਲਾ ਵਲਾ ਮਚਾ ਕੇ ਇਹਨਾਂ ਨੇ ਬਹੁਤ ਹੀ ਮਤਲਬ ਇੱਦਾਂ ਦੀ ਚੀਜ਼ਾਂ ਹੋਈਆਂ ਸਵੇਰੇ, ਜਦ ਕਿ ਸਾਰਾ ਪੇਸ਼ੈਂਟ ਨੂੰ ਐਕਸਪਲੇਨ ਸੀਗਾ। ਸਾਨੂੰ ਵੀ ਦੁੱਖ ਹੁੰਦਾ ਹੈ ਕਿਉਂਕਿ ਫਿਰ OPD 'ਚ ਵੀ ਆ ਕੇ ਪਰਿਵਾਰ ਨੇ ਬਹੁਤ ਹੰਗਾਮਾ ਕੀਤਾ ਤੇ ਇਸ ਕਰਕੇ ਸਾਨੂੰ ਵੀ ਇਨਫੋਰਮ ਕਰਨਾ ਪਿਆ। ਡੈਥ ਡਿਕਲੇਅਰ ਹੋਈ ਹੈ ਮੈਮ, ਕਿੰਨੇ ਵਜੇ ਹੋਈ? 12:30 ਹਾਂਜੀ, ਉਦੋਂ ਤੱਕ ਤਾਂ ਰਿਸੈਸੀਟੇਸ਼ਨ, ਕਿਉਂਕਿ ਸਵੇਰੇ 7 ਵਜੇ ਤੋਂ ਪੇਸ਼ੈਂਟ ਦਾ CPR ਵਗੈਰਾ ਚੱਲ ਰਿਹਾ ਸੀ, ਪੇਸ ਮੇਕਰ ਵੀ ਪਾਇਆ ਗਿਆ, ਜਿਹੜਾ ਵੀ ਪੋਸੀਬਲ ਸਾਡੇ ਵੱਲੋਂ ਬੈਸਟ ਹੋ ਸਕਦਾ ਸੀ ਅਸੀਂ ਤੇ ਉਹ ਕੋਸ਼ਿਸ਼ ਕੀਤੀ ਪੇਸ਼ੈਂਟ ਨੂੰ ਰਿਵਾਈਵ ਕਰਨ ਵਾਸਤੇ, ਬਟ ਪੇਸ਼ੈਂਟ ਨਹੀਂ ਹੋਇਆ। ਮੌਕੇ ਤੋਂ ਤੁਹਾਡੇ ਵੱਲੋਂ ਪੁਲਿਸ ਵੀ ਬੁਲਾਈ ਗਈ ਸੀ ਜਿਸ ਤਰ੍ਹਾਂ ਹੰਗਾਮਾ ਹੋ ਰਿਹਾ ਸੀ? ਹੰਗਾਮਾ ਹੋ ਰਿਹਾ ਸੀ ਜੀ, ਬਹੁਤ ਹੀ ਰੋਲਾ ਮਚਿਆ ਸੀ। ਬਾਕੀ ਪੇਸ਼ੈਂਟ ਵੀ ਖਰਾਬ ਹੋ ਰਹੇ ਸੀਗੇ, ਥੱਲੇ ਵੀ ਸਾਡਾ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਸੀ
ਤੇ ਇਸ ਕਰਕੇ ਫਿਰ ਮੈਂ ਹੱਥਾਪਾਈ ਹੋਣ ਦੀ ਸ਼ੁਰੂ ਹੋਣ ਵਾਲੀ ਸੀ ਤੇ ਅਸੀਂ ਕਰਕੇ ਪੁਲਿਸ ਨੂੰ ਸਾਨੂੰ ਵੀ ਇਨਫੋਰਮ ਕਰਨਾ ਪਿਆ ਕਿਉਂਕਿ ਸਾਡਾ ਨਾਰਮਲ ਵੀ ਫੰਕਸ਼ਨ ਨਹੀਂ ਹੋ ਪਾ ਰਿਹਾ ਸੀ ਹਸਪੀਟਲ ਵਿੱਚ। खुदा दे घर देर है पर हनेर नहीं। मुसलमानी रूहानियत ते काले इलम दे माहिर मियां फरीद अली। संपर्क करो 9859 31603। 100% गारंटी नाल हर परेशानी दा हल पाओ। पति पत्नी विच झगड़ा, सौतन दुश्मन तो छुटकारा, खोया प्यार वापस पाउणा, तलाक केस, विदेश विच पक्का होना, गुप्त वशीकरण करवाओ, मन चाह प्रेमी प्रेमिका अपने वस विच करो, लॉटरी नंबर पाओ 649 होवे जां लोटो मैक्स। प्यार विच धोखा खा चुके प्रेमी प्रेमिका एक बार जरूर संपर्क करो।